ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। बहुत शुक्रिया जी डॉक्टर साहब ਅੱਜ 25 ਅਪ੍ਰੈਲ 2017 12 ਵਿਸਾਖ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਡੇ ਤੋਂ ਪੁੱਛਾਂਗੇ ਅੱਜ ਦਾ ਪਹਿਲਾ ਅਹਿਮ ਇਸ਼ੂ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? देखो पहला तो असी जानकारी दे दईए कि अज असी अपने रैगूलर स्टूडियो चों ये प्रोग्राम नहीं कर रहे जी। ट्राईकास्टर नाल रिलेटेड कोई प्रॉब्लम है जिन्हों जिहड़ी है टैक्नीकल टीम फिक्स करने की कोशिश कर रही है और इन द मीन टाइम साउंड व्यू ब्रॉडकास्टिंग का जिहड़ा वड्डा हॉलीवुड ब्रांड स्टूडियो है वो सानू उन्होंने दिता है। असी उन्हों का शुक्रिया अदा करते हैं क्योंकि प्रोग्राम असी मिस नहीं सी करना चाहते और ये एमरजेंसी अरेंजमेंट प्रबंधकों ने सानू करके दिता है जी। अज कुछ चीज़ां जिवें स्क्रोल जां खास पिक्चर्स हर इशू ते हुंदियां ने वो क्योंकि इहदे नाल प्लग इन नहीं है सो वो दर्शक नहीं देख सकणगे जी। पर फिर भी समथिंग इज़ बैटर दैन नथिंग जिवें अंग्रेजी च कहंदे ने। मैं ये सोच रहा सी पिछले 2 दिन तो ये खबर राउंड कर रही सी, बहुत सारे सिख चैनल्स या सिख मीडिया ने दिती जी कि मध्य प्रदेश के इंदौर शहर दे विच किवें एक गुरुद्वारा साहब नूं डिमोलिश किया गया और उस दियां कुछ पिक्चर्स भी आईयां और जिहड़ी खबर मुख्य तौर के उत्ते डिफरेंट चैनल्स ने चलाई। पहला मैं उस नूं सिर्फ अपने दायरा कार दे विच किसी होर मेन मीडिया की यह खबर नहीं बनी जां उन्होंने डिलिबरेटली नहीं दी, पर यह खबर यही सी कि राज मुहल्ला इंदौर मध्य प्रदेश विच गुरुद्वारा साहब करतार कीर्तन नूं ढाह ढेरी कर दिता गया। सैकड़े विकाऊ पुलिस कर्मचारियों ने गुंडागर्दी करते हुए इकट्ठे होकर गुरुद्वारा साहब विच मौजूद ਸਿੰਘਾਂ ਸਿੰਘਣੀਆਂ ਤੇ ਬੱਚਿਆਂ ਨਾਲ ਕੁੱਟਮਾਰ ਅਤੇ ਗਾਲੀ ਗਲੋਚ ਕੀਤੀ। ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਕੱਢਿਆ ਗਿਆ ਅਤੇ ਸਾਰੀ ਇਮਾਰਤ ਨੂੰ ਕੁਝ ਘੰਟਿਆਂ ਵਿੱਚ ਤਹਿਸ ਨਹਿਸ ਕਰ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਪਾਸ ਹਾਈ ਕੋਰਟ ਦੇ ਸਟੇ ਆਰਡਰ ਹੋਣ ਦੇ ਬਾਵਜੂਦ ਕਿਸੇ ਨੇ ਵੀ ਇੱਕ ਨਹੀਂ ਸੁਣੀ। ਇਹਨਾਂ ਦਗਾਬਾਜ਼ ਅਹਿਸਾਨ ਫਰਾਮੋਸ਼ ਕਿਰਤਕਾਰਾਂ ਨੇ ਜੋ ਕੁਛ ਸਾਡੇ ਨਾਲ 1984 ਵਿੱਚ ਕੀਤਾ ਉਸ ਨੂੰ ਬਾਰ-ਬਾਰ ਦੁਹਰਾਇਆ ਜਾ ਰਿਹਾ ਤੇ ਇਹ ਗੁਰਦੁਆਰਾ ਸਾਹਿਬ ਵਿੱਚੋਂ ਇਹਨਾਂ ਗੁੰਡਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪੁਰਾਤਨ ਸਰੂਪ, ਗੁਰਬਾਣੀ ਦੀਆਂ ਪੋਥੀਆਂ ਅਤੇ ਕੁਝ ਦੁਰਲਭ ਪੁਰਾਤਨ ਪੁਸਤਕਾਂ ਤੋਂ ਇਲਾਵਾ 300 ਸਾਲ ਪੁਰਾਤਨ ਸ਼੍ਰੀ ਸਾਹਿਬ ਕਿਰਪਾਨਾਂ ਜਿਨ੍ਹਾਂ ਦੇ ਮੁੱਠੇ ਸੋਨੇ ਦੇ ਹਨ ਅਤੇ ਚਾਂਦੀ ਦੇ 2 ਫੁੱਲਦਾਨ ਅਤੇ ਇਸ ਤੋਂ ਇਲਾਵਾ 75 ਤੋਂ 80 ਹਜ਼ਾਰ ਰੁਪਏ ਗੋਲਕ ਵਿੱਚੋਂ ਅਤੇ ਲੋਕਰ ਵਿੱਚੋਂ 30 ਲੱਖ ਤੋਂ ਵੱਧ ਕੈਸ਼ ਵੀ ਜਿਹੜਾ ਲੁੱਟ ਲਿਆ ਜੀ। ਹੁਣ ਇਹ ਖਬਰ ਆਉਣ ਤੋਂ ਬਾਅਦ ਜਿਹੜਾ ਇਮੀਡੀਏਟ ਰਿਐਕਸ਼ਨ ਆਇਆ ਉਹਦੇ 'ਚ ਈਵਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੂੰ ਕਿਹਾ ਕਿ ਭਾਈ ਇਹ ਤੁਸੀਂ ਜਿਹੜਾ ਇਸ ਨੂੰ ਰੋਕੋ ਔਰ ਇਹ ਕੀ ਹੋਇਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹੁਣ 2 ਮੈਂਬਰੀ ਇੱਕ ਟੀਮ ਬਣਾਈ ਹੈ ਜਿਹੜੀ ਜਾ ਕੇ ਵੈਰੀਫਾਈ ਕਰੇਗੀ ਸਾਰੇ ਫੈਕਟਸ ਕੀ ਨੇ। इन द मीन टाइम अज देख रहा सी जिन्हों कन्फ्यूजन भंबल भूसा ਜਾਂ कुछ भी कहा जा सकता है जी कि उन्होंने गवर्नमेंट बिहाफ ते लोकल पंजाबी साहित्य अकैडमी और घट गिणती कमीशन के 2 सिख नावां वाले बंदियां दे बयान आए ने कि नहीं ये खबर बिल्कुल झूठी है, कुछ नहीं होया और ये प्राइवेट प्रॉपर्टी है और इसका जिहड़ा गलत गुमराह किया जा रहा है। सो हकीकत की है ये तो समय के नाल सामने आएगा। पर मैं इस घटना ਨੂੰ ਪਹਿਲੇ ਦਿਨ ਤਾਂ ਮੈਂ ਵੀ ਜਦੋਂ ਤੱਕ ਕਿਸੇ ਦੇ ਫੈਕਟਸ ਵੈਰੀਫਾਈ ਨਾ ਹੋਣ ਨਿਊਜ਼ ਦੇ ਮੈਨੂੰ ਵੀ ਥੋੜੀ ਰਿਲੈਕਟੈਂਸ ਹੁੰਦੀ ਹੈ ਕਿਉਂਕਿ ਕਈ ਵਾਰ ਕੁਝ ਖਬਰਾਂ ਵਾਕਈ ਫੇਕ ਹੁੰਦੀਆਂ। ਪਰ ਮੈਂ ਜਦੋਂ ਦੇਖਦਾ ਹਾਂ ਵੀ ਇੱਕ ਪੈਟਰਨ ਨਜ਼ਰ ਆ ਰਿਹਾ ਔਰ ਇਸ ਪੈਟਰਨ ਨੂੰ ਜੇ ਅਸੀਂ ਬਹੁਤ ਬਰੀਕੀ ਦੇ ਨਾਲ ਦੇਖੀਏ
ਔਰ ਪਿਛਲੇ ਪਹਿਲਾਂ ਜੇ 70 ਸਾਲ ਵੱਲ ਨਾ ਵੀ ਜਾਈਏ, 1984 ਨੂੰ ਹੀ ਕੱਟ ਆਫ ਡੇਟ ਬਣਾ ਲਈਏ ਤੇ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਵੇਂ ਜਦੋਂ ਜੂਨ 84 ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਜਿਸ ਦਿਨ ਸੀ ਜੀ, ਉਸ ਦਿਨ ਨੂੰ ਚੁਣਿਆ ਗਿਆ ਹਮਲੇ ਦੇ ਲਈ, ਤੇ ਫਿਰ ਇਕੱਲੇ ਅਕਾਲ ਤਖਤ ਸਾਹਿਬ ਹੀ ਨਹੀਂ, ਹਾਲਾਂਕਿ ਉਸ ਬਾਰੇ ਤਾਂ ਇੰਨਾ ਪ੍ਰੋਪੇਗੈਂਡਾ ਕੀਤਾ ਗਿਆ ਸੀ ਕਿ ਸੰਤ ਪਿੰਡਰਾਂ ਵਾਲੇ ਔਰ ਦੂਸਰੇ ਖਾੜਕੂ ਅੰਦਰ ਹੋਲਡ ਇਨ ਨੇ, ਉਹਨਾਂ ਕੋਲ ਬਹੁਤ ਵੈਪਨ ਨੇ, ਅਸੀਂ ਅਨਾਉਂਸਮੈਂਟਾਂ ਕੀਤੀਆਂ, ਕੋਈ ਬਾਹਰ ਨਹੀਂ। ਹਾਲਾਂ ਬਾਅਦ 'ਚ ਸਭ ਕੁਝ ਆਇਆ ਕਿ ਵੀ ਐਸਾ ਕੁਝ ਵੀ ਨਹੀਂ ਸੀ, ਕੋਈ ਅਨਾਉਂਸਮੈਂਟ ਤਾਂ ਦੂਰ ਦੀ ਗੱਲ, ਕੋਈ ਉਹਨਾਂ ਦੇ ਖਿਲਾਫ FIR ਵੀ ਨਹੀਂ ਸੀ ਜੀ। ਲੇਕਿਨ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ, ਜਿਹਦੇ 'ਚ ਇਕੱਲੇ ਪੰਜਾਬ ਦੇ ਨਹੀਂ, ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ, ਹਰਿਆਣੇ 'ਚ ਮੰਜੀ ਸਾਹਿਬ ਅੰਬਾੜਾ, ਹਿਮਾਚਲ 'ਚ ਪੌਂਟਾ ਸਾਹਿਬ ਜਿਹੜਾ ਹਮਲਾ ਕੀਤਾ ਗਿਆ ਸੀ। ਔਰ ਜੇ ਇਹ ਲੌਜਿਕ ਹੀ ਪਿੰਡਾਂ ਵਾਲਿਆਂ ਦਾ ਹੀ ਲੈਣਾ ਹੋਏ ਤਾਂ ਪਿੰਡਾਂ ਵਾਲੇ 37 ਥਾਵਾਂ ਤੇ ਨਹੀਂ ਬੈਠੇ ਹੋਏ ਸਨ ਜੀ। ਫਿਰ ਜਿਸ ਤਰੀਕੇ ਦੇ ਨਾਲ ਜੇ ਇਹ ਸੀ ਕਿ ਜੀ ਦਰਬਾਰ ਸਾਹਿਬ 'ਚੋਂ ਰੈਜ਼ਿਸਟੈਂਸ ਹੋਈ, ਟੈਂਕ ਲਿਆਂਦੇ ਬਿਨਾ ਹੋਰ ਕੋਈ ਚਾਰਾ ਨਹੀਂ ਸੀ, ਤਾਂ ਫਿਰ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ ਵੀ ਟੈਂਕ ਲਿਆਂਦੇ ਗਏ, ਗੁਰਦੁਆਰਾ ਮੁਕਤਸਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਟੈਂਕ ਲਿਆਂਦੇ ਗਏ, ਔਰ ਇਸ ਦੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਦੀਆਂ ਪਰਿਕਰਮਾ 'ਚ ਵੀ, ਔਰ ਬੜੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਦਰਬਾਰ ਸਾਹਿਬ 'ਚ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਸਿੰਘਣੀਆਂ ਬੱਚੇ ਮਾਰੇ ਗਏ ਕਿ ਹੋਰ ਪਾਸੇ ਵੱਲ ਜਾਂ ਹੋਰ ਡਾਟਾ ਕਲੈਕਟ ਕਰਨ ਵੱਲ ਕਿਸੇ ਦਾ ਧਿਆਨ ਵੀ ਨਹੀਂ ਗਿਆ ਕਿ ਬਾਕੀ ਕਿਹੜੇ ਥਾਵਾਂ ਦੇ ਉੱਤੇ ਕਿੱਥੇ ਕਿੱਥੇ ਜਿਹੜਾ ਕਿੰਨਾ ਨੁਕਸਾਨ ਹੋਇਆ ਜੀ। ਸੋ ਜ਼ਾਹਰ ਹੈ ਵੀ ਉਸ ਤੋਂ ਬਾਅਦ ਅਸੀਂ ਇਸ ਪੈਟਰਨ ਨੂੰ ਦੇਖਦੇ ਹਾਂ ਕਿ ਗੁਰਦੁਆਰਿਆਂ ਦਾ, ਇਤਿਹਾਸਕ ਗੁਰਦੁਆਰਿਆਂ ਨੂੰ ਟਾਰਗੇਟ ਕਰਨਾ। ਫਿਰ ਸਾਡੇ ਸਾਹਮਣੇ ਨਵੰਬਰ 84 ਆਉਂਦਾ। ਨਸਲਕੁਸ਼ੀ ਨਾਲ ਸੰਬੰਧਿਤ ਤਾਂ ਹੁਣ ਵੇਰਵੇ ਇਸ ਹੱਦ ਤੱਕ ਪਹੁੰਚ ਗਏ ਨੇ ਕਿ ਓਨਟਾਰੀਓ ਸਟੇਟ ਲੈਜਿਸਲੇਚਰ ਨੇ ਇਸ ਦੇ ਉੱਤੇ ਜੈਨੋਸਾਈਡ ਦਾ ਮਤਾ ਕੀਤਾ। ਪਰ ਇੱਕ ਗੱਲ ਜਿਹਦੇ ਵੱਲ ਬਹੁਤਾ ਧਿਆਨ ਸਾਡਾ ਨਹੀਂ ਜਾਂਦਾ, ਹਾਲਾਂ ਕੁਝ ਡਾਕੂਮੈਂਟਰੀਜ਼ ਉਹਦੇ ਤੇ ਆਈਆਂ, ਕਿ ਜਿੱਥੇ ਵੀ ਭਾਰਤ ਭਰ 'ਚ ਅਟੈਕ ਹੋਏ, ਕਰਾਊਡ ਜਿਹੜੀ ਹੈ ਉਹਨਾਂ ਦਾ ਪਹਿਲਾ ਨਿਸ਼ਾਨਾ ਗੁਰਦੁਆਰੇ ਸੀ ਜੀ। ਉਹ ਗੁਰਦੁਆਰਿਆਂ ਦੇ ਉੱਤੇ ਹੀ ਉਹ ਹਮਲਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬੇਅਦਬ ਕਰਨਾ ਔਰ ਅੱਗਾਂ ਲਾਣੀਆਂ। ਔਰ ਦਿੱਲੀ ਦੇ ਵਿੱਚ ਜਿੱਥੇ ਨਵੰਬਰ 84 ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਮਾਰੇ ਗਏ, ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ, ਕਦੇ ਮੁੜ ਕੇ ਕਿਸੇ ਨੇ ਫੋਲੋਅਪ ਨਹੀਂ ਕੀਤਾ ਕਿ ਉਹਨਾਂ ਗੁਰਦੁਆਰਿਆਂ ਦੀ ਕੀ ਹਾਲਤ, ਔਰ ਉਹ ਗੁਰਦੁਆਰੇ ਦੁਆਰਾ ਗੁਰਦੁਆਰੇ ਬਣੇ ਨਹੀਂ, ਉਸ ਦੇ ਉੱਤੇ ਇਲੀਗਲ ਕਬਜ਼ੇ ਹੋ ਗਏ, ਕਿਉਂਕਿ ਸਿੱਖ ਤਾਂ ਮਾਰ ਦਿੱਤੇ, ਮੇਲ ਉਹਨਾਂ ਨੇ ਵੈਸੇ ਮਾਰ ਦਿੱਤੇ ਸੀ, ਔਰਤਾਂ ਔਰ ਬੱਚੇ ਲਿਆ ਕੇ ਵਿਡੋ ਕਾਲੋਨੀ ਬਣਾ ਦਿੱਤੀ, ਔਰ ਉਹਨਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਨੇ ਉਹਨਾਂ ਨੇ ਕਬਜ਼ੇ ਕਰਕੇ, ਔਰ ਦੂਜਾ ਜਿਹੜਾ ਜਿਹਨੂੰ ਮਾਫੀਆ ਗਰੁੱਪ ਕਹਿੰਦੇ ਨੇ, ਔਰ ਦੂਸਰੇ ਜਿਹੜੇ ਨੇ ਕਿਸੇ ਨੂੰ ਕੋਈ ਹੋਰ ਉੱਥੇ ਆ ਕੇ ਬੈਠ ਕੇ। ਫਿਰ ਅਸੀਂ ਇਸ ਪੀਰੀਅਡ ਦੇ ਦੌਰਾਨ ਹੀ ਦੇਖਦੇ ਹਾਂ ਕਿ 84 ਤੋਂ ਫੌਰਨ ਬਾਅਦ, ਔਰ ਜਦੋਂ ਅਸੀਂ ਪੈਟਰਨ ਦੀ ਗੱਲ ਕਰਦੇ ਹਾਂ ਜੋ ਇੰਦੌਰ ਦੇ ਵਿੱਚ ਘਟਨਾ ਬਾਰੇ ਗੱਲ ਆਈ ਹੈ, ਇਹਨੂੰ ਜੇ ਅਸੀਂ ਅਜੇ ਸਬਜੈਕਟ ਟੂ ਵੈਰੀਫਿਕੇਸ਼ਨ ਵੀ ਰੱਖ ਲਈਏ ਤੇ ਜਿਹੜਾ ਰੁਝਾਨ ਨਜ਼ਰ ਆ ਰਿਹਾ ਜੀ, ਔਰ ਫਿਰ ਅਸੀਂ ਦੇਖਦੇ ਹਾਂ ਕਿ ਆਲਮੋਸਟ 84 ਪੀਰੀਅਡ ਦੇ ਵਿੱਚ ਹੀ ਨਵੰਬਰ ਦੇ ਉਸ ਦੌਰ 'ਚ, ਅਰਲੀਅਰ ਔਰ ਲਿਟਲ ਬਿਟ ਲੇਟਰ, ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਹੁਣ ਸਾਡੇ ਇਤਿਹਾਸ ਦੇ ਵਿੱਚ ਬੜਾ ਸਪਸ਼ਟਤਾ ਦੇ ਨਾਲ ਹੈ ਕਿ ਭਾਈ ਗੁਰੂ ਨਾਨਕ ਸਾਹਿਬ ਸੂਰਜ ਗ੍ਰਹਿਣ ਦੇ ਮੌਕੇ ਤੇ ਹਰਿਦੁਆਰ ਗਏ, ਕਿਉਂਕਿ ਵੱਡੇ ਇਕੱਠ ਹੁੰਦੇ ਨੇ, ਪਾਂਡੇ ਵੀ ਉੱਥੇ ਹੁੰਦੇ ਨੇ ਤੇ ਲੋਕ ਵੀ ਵੱਡੀ ਗਿਣਤੀ 'ਚ ਆਉਂਦੇ ਨੇ। ਸੋ ਗੁਰੂ ਸਾਹਿਬ ਦਾ ਇਹ ਇੱਕ ਤੌਰ ਤਰੀਕਾ ਸੀ ਪ੍ਰਚਾਰ ਦਾ ਕਿ ਉਹ ਜਦੋਂ ਖਾਸ ਮੌਕਿਆਂ ਤੇ ਵੱਡੀ ਗਿਣਤੀ 'ਚ ਲੋਕਾਈ ਇਕੱਠੀ ਹੁੰਦੀ ਸੀ, ਉਦੋਂ ਉਹਨੂੰ ਉਹ ਮਾਰਕ ਕਰਦੇ ਸੀ ਜਾਣ ਲਈ। ਨਾ ਤਾਂ ਉਹਨਾਂ ਨੇ ਕੋਈ ਸੂਰਜ ਗ੍ਰਹਿਣ ਨਹਾਉਣਾ ਸੀ, ਨਾ ਹੀ ਜੇ ਉਹਨਾਂ ਨੇ ਬਗਦਾਦ ਜਾਂ ਦੂਸਰੇ ਮੌਕਿਆਂ 'ਚ ਜਾਣ ਦਾ ਚੁਣਿਆ ਉਹਨਾਂ ਮੌਕਿਆਂ ਨੂੰ ਜਦੋਂ ਇਕੱਠ ਹੁੰਦੇ ਸਨ, ਜਾਂ ਸ਼ਿਵਰਾਤਰੀ ਦਾ, ਜਿਵੇਂ ਭਾਈ ਗੁਰਦਾਸ ਸਾਨੂੰ ਦੱਸਦੇ ਨੇ ਕਿ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ। ਹੁਣ ਇਹ ਜੋਗੀਆਂ ਦਾ ਵੱਡਾ ਹੈੱਡਕੁਆਰਟਰ ਸੀ ਅਚਲ ਵਟਾਲਾ, ਸ਼ਿਵਰਾਤਰੀ ਦਾ ਮੇਲਾ ਲੱਗਦਾ ਸੀ। ਸੋ ਗੁਰੂ ਨਾਨਕ ਸਾਹਿਬ ਉਸ ਸ਼ਾਮ ਹੀ ਜਿਹੜੇ ਨੇ ਉੱਥੇ ਪਹੁੰਚਦੇ ਨੇ ਉਹਨਾਂ ਦਿਨਾਂ ਦੇ ਵਿੱਚ। ਸੋ ਇਹ ਜਿਹੜਾ ਪਾਂਡਿਆਂ ਨੂੰ ਗੁਰੂ ਸਾਹਿਬ ਨੇ ਚੈਲੰਜ ਕੀਤਾ ਕਿ ਭਾਈ ਤੁਸੀਂ ਇਹ ਜਿਹੜਾ ਸੂਰਜ ਨੂੰ ਪਾਣੀ ਦੇਣ ਦਾ ਤੇ ਪਿਤਰਾਂ ਤੱਕ ਪਾਣੀ ਪਹੁੰਚਾਉਣ ਦਾ ਡਰਾਮਾ ਕਰਦੇ ਹੋ, ਵੀ ਇਹ ਤਾਂ ਕੋਈ ਇਹਦੇ 'ਚ ਵਾਸਤਵਿਕਤਾ ਨਹੀਂ ਹੈ। ਕਿਉਂਕਿ ਉਹਨਾਂ ਨੇ ਕਿਹਾ ਕਿ ਭਾਈ ਜੇ ਮੇਰਾ ਪਾਣੀ ਇੱਥੋਂ ਮੈਂ ਦਿੰਦਾ ਤੇ ਉੱਥੇ ਡਿੱਗ ਪੈਂਦਾ ਹੈ, ਮੇਰੇ ਖੇਤਾਂ 'ਚ ਵੀ ਨਹੀਂ ਪਹੁੰਚ ਸਕਦਾ, ਤੇ ਤੁਹਾਡਾ ਪਾਣੀ ਸੂਰਜ ਨੂੰ ਕਿਵੇਂ ਅੱਪੜ ਜਾਏਗਾ। ਜੀ ਜੀ। ਸੋ ਜ਼ਾਹਰ ਹੈ ਕਿ ਉਸ ਥਾਂ ਦੇ ਉੱਤੇ ਜਿਹੜਾ ਗਿਆਨ ਗੁਰੂ ਸਾਹਿਬ ਨੇ ਰਿਵੀਲ ਕੀਤਾ ਹੈ, ਗੋਦੜੀ ਦੇ ਵਿੱਚ ਜਿਵੇਂ ਕੋਈ ਚੀਜ਼ ਪਈ ਹੁੰਦੀ ਹੈ, ਗਿਆਨ ਨੂੰ ਉਸ ਗਿਆਨ ਦਾ ਭੰਡਾਰਾ ਬਖਸ਼ਿਆ, ਉਸ ਥਾਂ ਦੇ ਉੱਤੇ ਸਮਾਂ ਪਾ ਕੇ
ਗੁਰਦੁਆਰਾ ਸਾਹਿਬ ਗੰਗਾ ਦੇ ਕੰਢੇ ਸਥਾਪਿਤ ਹੋਇਆ। ਇੱਕ ਸਿੰਧੀ ਮਾਈ, ਜਦੋਂ ਮੈਂ ਵੀ 80s ਦੇ ਵਿੱਚ ਗਿਆ, ਉਦੋਂ ਮੌਕਾ ਬਣਿਆ, ਅਰਲੀਅਰ 80s ਨਹੀਂ ਸ਼ਾਇਦ ਲੇਟ 70s ਜੀ। ਔਰ ਉਹ ਗਿਆਨ ਗੋਦੜੀ ਜਿਹੜਾ ਉੱਥੇ ਮੌਜੂਦ ਸੀ ਗੁਰਦੁਆਰਾ ਸਾਹਿਬ, ਔਰ ਉਸ ਦੌਰ ਦੇ ਵਿੱਚ 85 ਦੇ ਦੌਰ ਦੇ ਵਿੱਚ ਉਹਨੂੰ ਹਟਾ ਕੇ ਉੱਥੇ ਸਕਾਊਟਸ ਆਫਿਸ ਬਣਾ ਦਿੱਤਾ ਗਿਆ। ਔਰ ਉਦੋਂ ਇਹ ਯੂਪੀ ਦਾ ਹਿੱਸਾ ਸੀ, ਔਰ ਉਦੋਂ ਬੀਜੇਪੀ ਦੀ ਪੂਰੀ ਦੇ ਵਿੱਚ ਇਨਵੋਲਵਮੈਂਟ RSS ਦੀ ਰਹੀ ਹੈ। ਹੁਣ ਉੱਤਰਾਖੰਡ ਦਾ ਹਿੱਸਾ ਹੈ। ਕਿੰਨੀਆਂ ਸਰਕਾਰਾਂ ਬਦਲੀਆਂ ਨੇ, ਹਰ ਵਾਰ ਜਿਹੜਾ ਉੱਥੇ ਸਿੱਖ ਬਾਹਰੋਂ ਜਾ ਕੇ ਮੋਰਚਾ ਵੀ ਲਾਉਂਦੇ ਨੇ, ਗ੍ਰਿਫਤਾਰੀਆਂ ਵੀ ਦਿੰਦੇ ਨੇ। ਇਸ ਵਾਰ ਅਕਾਲੀਆਂ ਨੇ ਵੀ ਆਪਣਾ ਡੈਲੀਗੇਸ਼ਨ ਚੀਫ ਮਿਨਿਸਟਰ ਨੂੰ ਮਿਲਣ ਨੂੰ ਭੇਜਿਆ, ਦਿੱਲੀ ਕਮੇਟੀ ਦਾ ਵੀ ਗਿਆ। ਪਰ ਬਹੁਤ ਸਾਰਾ, ਕਿਉਂਕਿ ਅਕਾਲੀ ਦਲ ਨੇ ਬੀਜੇਪੀ ਨਾਲ ਸਾਂਝ ਪਿਆਲੀ ਪਾਈ ਹੋਈ ਹੈ, ਔਰ ਇਹ ਜਿਹੜੀ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਇਹ ਡਿਸਟਰਕਸ਼ਨ ਹੈ, ਇਸ ਨੂੰ ਅਣਗੌਲਿਆਂ ਕੀਤਾ ਜਾ ਰਿਹਾ। ਸੋ ਹੁਣ ਇਸ ਗੱਲ ਨੂੰ ਵੀ ਲਗਭਗ 32 ਸਾਲ ਹੋ ਗਏ ਨੇ, 33 ਸਾਲ, ਲੇਕਿਨ ਉੱਥੇ ਉਹ ਸਕਾਊਟ ਦਫ਼ਤਰ ਬਣਿਆ ਹੋਇਆ, ਔਰ ਇਹ ਬਿਲਕੁਲ ਯਾਦ ਹੀ ਮਿਟਾ ਦਿੱਤੀ ਗਈ ਕਿ ਭਾਈ ਕਦੇ, ਕਿਉਂਕਿ ਬ੍ਰਾਹਮਣ ਕਦੇ ਵੀ ਇਸ ਗੱਲ ਨੂੰ ਐਕਸੈਪਟ ਹੀ ਨਹੀਂ ਕਰ ਸਕਦਾ ਕਿ ਤੁਸੀਂ ਉਹਨਾਂ ਟਿਕਾਣਿਆਂ ਦੇ ਉੱਤੇ ਜਿਹੜਾ ਇਹ ਚੈਲੰਜ ਹੋਏ। ਔਰ ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਖਬਰ ਜਿਹੜੀ ਕਿ ਬਾਅਦ ਦੇ ਵਿੱਚ ਦਬਦਬਾ ਦਿੱਤੀ ਗਈ, ਜਗਨਨਾਥਪੁਰੀ, ਇਹ ਵੀ ਹਿੰਦੂਆਂ ਦਾ ਧਾਮ ਹੈ, ਜਿੱਥੇ ਗੁਰੂ ਸਾਹਿਬ ਨੇ ਜਾ ਕੇ ਗਗਨਮੈ ਥਾਲ ਰਬ ਦੇ ਨਾਲ ਇਹ ਦੱਸਿਆ ਕਿ ਬਈ ਰੱਬ ਦੀ ਆਰਤੀ ਤਾਂ ਸਦਾ ਹੋ ਰਹੀ ਹੈ, ਉਹਨੂੰ ਥਾਲੀ 'ਚ ਦੀਵੇ ਪਾ ਕੇ ਔਰ ਕੋਈ ਕਰਨ ਦੀ ਲੋੜ ਨਹੀਂ। ਉੱਥੇ ਵੀ ਇੱਕ ਇਤਿਹਾਸਕ ਗੁਰਦੁਆਰਾ ਜਿਸ ਦੇ ਨਾਲ ਖੂਹ ਵੀ ਹੈ, ਔਰ ਦੂਸਰਾ ਉਸ ਨੂੰ ਜਿਹੜਾ ਐਕਵਾਇਰ ਕਰਨ ਦੇ ਨਾਂ ਥੱਲੇ ਜ਼ਬਰਦਸਤੀ ਉੜੀਸਾ ਸਰਕਾਰ ਵੱਲੋਂ ਦੂਸਰਿਆਂ ਨੂੰ ਦੇਣ ਦਾ ਪ੍ਰਬੰਧ ਕੀਤਾ ਗਿਆ, ਔਰ ਉਹ ਗੁਰਦੁਆਰੇ ਦੀ ਜਿਹੜੀ ਜ਼ਮੀਨ ਹੈ ਔਰ ਉਸ ਥਾਂ ਨੂੰ ਵੀ ਜਿਹੜਾ ਨੁਕਸਾਨ ਪਹੁੰਚਾਇਆ ਜਾ ਰਿਹਾ। ਕਿਉਂਕਿ ਇਹ ਖਬਰਾਂ ਉੱਥੋਂ ਜੇ ਨਿਕਲਦੀਆਂ ਵੀ ਨੇ, ਮੇਨ ਸਟ੍ਰੀਮ ਮੀਡੀਆ ਉਹਨਾਂ ਨੂੰ ਕਿਲ ਕਰ ਦਿੰਦਾ, ਔਰ ਆਪਣਿਆਂ ਦੇ ਕੋਲ ਇੰਨੇ ਕੁ ਹੋਰ ਚੈਲੰਜਸ ਨੇ ਕਿ ਵੀ ਹੌਲੀ ਉੱਥੇ ਸੰਗਤਾਂ ਵੀ ਸਵਾਈਆਂ ਹੁੰਦੀਆਂ ਨੇ ਉੜੀਸਾ ਵਰਗੀ ਥਾਂ ਜਾਂ ਉਸ ਮੁਕਾਮ ਤੇ ਜੀ। ਔਰ ਇਹ ਸਾਰਾ ਪੈਟਰਨ, ਔਰ ਜਿਹੜਾ ਅਲਟੀਮੇਟ ਸਾਡੇ ਸਾਹਮਣੇ ਕਿ ਜੋ ਕੁਝ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਕੇ ਕੀਤਾ ਗਿਆ, ਔਰ ਅੱਜ ਇਸ ਗੱਲ ਨੂੰ ਕਿੰਨੇ ਵਰੇ, 25 ਵਰੇ ਤੋਂ ਜ਼ਿਆਦਾ ਬੀਤ ਚੁੱਕੇ ਨੇ। ਸੁਪਰੀਮ ਕੋਰਟ ਤੱਕ ਕੇਸ ਹੁਣ ਆ ਗਿਆ ਜੀ, ਇਹਨਾਂ ਦੇ ਖਿਲਾਫ ਚਾਰਜ ਸ਼ੀਟ ਫਾਈਲ ਕਰੋ। ਮੁਰਲੀ ਮਨੋਹਰ ਜੋਸ਼ੀ ਔਰ ਅਡਵਾਨੀ ਫਾਈਲ ਹੋਈ ਸੀ, ਕੇਸ ਚੱਲੇ, ਲਖਨਊ 'ਚ ਚੱਲੇ ਕਿ ਰਾਏਬਰੇਲੀ 'ਚ ਚੱਲੇ। ਪਰ ਜਿਵੇਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਾਲ ਸੰਬੰਧਿਤ ਜਿਹੜੇ ਕੇਸ ਨੇ, ਹੁਣ ਵੀ ਆਇਆ ਸੁਪਰੀਮ ਕੋਰਟ ਨੇ CBI ਨੂੰ ਹਦਾਇਤ ਕੀਤੀ ਹੈ ਜੀ, ਜਿਹੜੇ ਕਲੋਜ਼ ਕੀਤੇ ਨੇ ਕੇਸ ਉਹਨਾਂ ਦੀਆਂ ਫਾਈਲਸ ਲਿਆਓ। ਉਹਨਾਂ ਨੇ 90 ਕਿ ਕਿੰਨੇ ਕੇਸਾਂ ਦੀਆਂ ਫਾਈਲਸ। ਸੋ ਇਹ ਸਾਰੀ ਇੱਕ ਡਰਾਮੇਬਾਜ਼ੀ ਹੈ, ਜਾਂ ਮਹਿਜ਼ ਇੱਕ ਡਿਲੇ ਟੈਕਟਿਕ ਹੈ, ਜਾਂ ਮੈਂ ਇਸ ਨੂੰ ਸਮਝਦਾ ਵੀ ਇਹ ਜ਼ਿਆਦਾ ਪੀੜ ਦੇਣਾ ਹੈ। ਜਦੋਂ ਤੁਹਾਨੂੰ ਵਾਰ-ਵਾਰ ਤੁਸੀਂ ਉਸ ਖੱਜਲ ਖੁਆਰੀ 'ਚੋਂ ਗੁਜ਼ਰਦੇ ਹੋ ਕਿ ਭਾਈ ਤੁਹਾਡੇ ਨਾਲ ਇਵੇਂ ਹੀ ਹੋਣਾ ਹੈ, ਕਿਉਂਕਿ ਤੁਸੀਂ ਹਿੰਦੂਤਵਾ ਦੇ ਉਸ ਮੁੱਖ ਧਾਰਾ ਨੂੰ ਚੈਲੰਜ ਕਰਦੇ ਹੋ, ਤੁਸੀਂ ਜਿਹੜਾ ਉਸ ਦੇ ਵਿੱਚ ਗਰਕ ਹੋਣ ਲਈ ਤਿਆਰ ਨਹੀਂ। ਹੁਣ ਇਹ ਜਿਹੜਾ ਪੈਟਰਨ ਹੈ, ਔਰ ਇਹਦੇ 'ਚ ਇਕੱਲਾ ਇਹ ਨਹੀਂ ਹੈ। ਉਸ ਤੋਂ ਪਹਿਲਾਂ ਅਸੀਂ ਕੇਜਰੀਵਾਲ ਸਰਕਾਰ ਜਦੋਂ ਦਿੱਲੀ 'ਚ ਹੋਣ ਚਾਹੀ, ਔਰ ਕਿਉਂਕਿ ਕਾਰਪੋਰੇਸ਼ਨ BJP ਦੇ ਕੋਲ ਸੀ, ਗੁਰਦੁਆਰਾ ਸਾਹਿਬ ਸੀਸਗੰਜ ਦੇ ਬਾਹਰ ਕਿਵੇਂ ਰਾਤੋਂ ਰਾਤ ਉਹਨਾਂ ਦੀ ਕਾਰਪੋਰੇਸ਼ਨ ਨੇ ਆ ਕੇ ਪਿਆਊ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ, ਕੁਛ ਕੀਤਾ ਵੀ, ਸੰਗਤ ਨੇ ਬਣਾਇਆ, ਹੁਣ ਸੈਟਲ ਹੋ ਗਿਆ, ਕੋਰਟ ਨੇ ਕਿਹਾ ਹੁਣ ਬਣ ਗਿਆ ਪਿਆਊ। ਜੇ ਇਵੇਂ ਹੀ ਸੀ ਕਿ ਭਾਈ ਉਹ ਇਲੀਗਲ ਨਹੀਂ ਸੀ, ਤੇ ਫਿਰ ਕੋਰਟ ਦੀ ਦਖਲਅੰਦਾਜ਼ੀ ਪਹਿਲਾਂ ਕਿਉਂ ਨਹੀਂ ਹੋਈ? ਤੇ ਜੇ ਕੋਰਟ ਆਰਡਰ ਨਹੀਂ ਸੀ ਤੇ ਕਿਹਨੇ ਆਥੋਰਾਈਜ਼ ਕੀਤਾ ਸੀ ਕਿ ਭਾਈ ਤੁਸੀਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਉਹ ਹਿਸਟੋਰੀਕਲ ਪਿਆਊ, ਸ਼ਾਇਦ ਭਾਈ ਮਤੀ ਦਾਸ ਜੀ ਦੇ ਨਾਂ ਤੇ, ਉਸ ਨੂੰ ਤੁਸੀਂ ਡਿਸਟਰੋਏ ਕਰੋ। ਫਿਰ ਅਸੀਂ ਇਸ ਪੈਟਰਨ ਨੂੰ ਦੇਖਦੇ ਹਾਂ ਕਿ ਕਿਵੇਂ ਆਲੇ ਦੁਆਲੇ ਜਿੱਥੇ ਜਿੱਥੇ ਗੁਰਦੁਆਰੇ ਨੇ ਜੀ, ਉਹਨਾਂ ਦੇ ਨੇੜੇ ਨੇੜੇ ਮੰਦਿਰ ਸਥਾਪਿਤ ਕਰ ਦਿੱਤੇ ਗਏ ਨੇ। ਹੁਣ ਤੁਸੀਂ ਈਵਨ ਦਰਬਾਰ ਸਾਹਿਬ ਦੇ ਜਿਹੜੇ ਦਰਸ਼ਨਾਂ ਨੂੰ ਜਾਂਦੇ ਨੇ, ਇਹ ਆਮ ਖਬਰਾਂ ਨੇ, 1 ਦਰਜਨ ਤੋਂ ਜ਼ਿਆਦਾ, ਪਹਿਲਾਂ ਇੱਕ ਅੱਧਾ ਮੰਦਿਰ ਨੁੱਕਰ ਦੇ ਉੱਤੇ ਜਦੋਂ ਤੁਸੀਂ ਜਲਿਆਂਵਾਲੇ ਬਾਗ ਵਾਲੇ ਪਾਸਿਓਂ ਐਡ ਕਰਦੇ ਹੋ ਸ਼ਨੀ ਮੰਦਿਰ, ਹੁਣ ਨਾਲ ਦੀਆਂ ਇਮਾਰਤਾਂ ਮਿਲਾ ਕੇ ਉਹਨੂੰ ਵੱਡਾ ਸ਼ਨੀ ਮੰਦਿਰ ਬਣਾ ਦਿੱਤਾ ਗਿਆ। ਔਰ ਕਈ ਵਾਰ ਰਾਤ ਦੇ ਵੇਲੇ, ਜਿਵੇਂ ਪਿੱਛੇ ਲక్ష్ਮੀਕਾਂਤ ਚਾਵਲਾ ਨੇ ਖਾਸ ਮੌਕੇ ਤੇ ਇੰਨਾ ਕੁ ਉੱਥੇ ਜਗਰਾਤੇ ਦੇ ਨਾਂ ਥੱਲੇ ਸ਼ੋਰ ਸ਼ਰਾਬਾ ਕੀਤਾ, ਉਹਨੇ ਕਿਹਾ ਜੀ ਜਿਹੜੇ ਪੁਲਿਸ ਦੇ ਸਾਡੇ ਮਾਰੇ ਗਏ ਆਤੰਕਵਾਦ ਦੇ ਖਿਲਾਫ ਲੜਾਈ ਅਸੀਂ ਉਹਨਾਂ ਦੀ ਯਾਦ 'ਚ ਕਰ ਰਹੇ। ਹੁਣ ਇਹ ਸਾਰੇ ਜੇ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਆਲੇ ਦੁਆਲੇ ਇੱਕ ਪੂਰੀ ਸਟ੍ਰਿੰਗ ਆਫ ਟੈਂਪਲਸ ਖੜੀ ਕਰ ਦਿੱਤੀ ਗਈ। ਗੱਲ ਇੱਥੇ ਹੀ ਬਸ ਨਹੀਂ। ਹੁਣ ਇੱਕ ਖਬਰ ਜਿਹੜੀ ਕੱਲ ਸਾਰੇ ਮੀਡੀਆ 'ਚ ਆਈ,
ਹੁਣ ਇਹ ਫੈਸਲਾ ਹੋਇਆ ਹੈ, ਡਿਸੀਜਨ ਹੈ, ਸਰਕਾਰੀ ਆਰਡਰ ਹੈ ਕਿ ਜਿਹੜੀ ਵਾਲਡ ਸਿਟੀ ਹੈ ਜੀ ਸ਼ਹਿਰ ਦੀ, ਜਿਹੜੀ 4 ਦੀਵਾਰੀ ਵਾਲੀ ਅੰਮ੍ਰਿਤਸਰ, ਉਹਦੇ ਅੰਦਰ ਤੰਬਾਕੂ ਦਾ ਇਸਤੇਮਾਲ ਤੇ ਪਾਬੰਦੀ ਹੈ। ਔਰ ਕੱਲ ਇੱਕ ਜਿਹੜੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਉਹਨਾਂ ਦੇ ਗਰੁੱਪ ਨੇ ਪੁਲਿਸ ਦੇ ਨਾਲ ਰਲ ਕੇ, ਕਿਉਂਕਿ ਇਹ ਇਲੀਗਲ ਹੈ ਜੇ ਉੱਥੇ ਤੰਬਾਕੂ ਜਾਂ ਦੂਜਿਆਂ ਦੀ ਹੁੰਦੀ ਹੈ ਵਰਤੋਂ, ਉਹਨਾਂ ਨੇ ਜਦੋਂ ਆਲੇ ਦੁਆਲੇ ਦੀਆਂ ਦੁਕਾਨਾਂ ਦੇਖੀਆਂ, ਹਾਲਾਂਕਿ ਕੁਛ ਜਿਹੜੇ ਨੇ ਸ਼ਟਰ ਸੁੱਟ ਕੇ ਦੌੜ ਗਏ, ਤੇ ਜਿਹੜੀ ਗੱਲ ਸਾਹਮਣੇ ਆਈ ਕਿ ਜਲਿਆਂਵਾਲੇ ਬਾਗ ਤੋਂ ਫੁਹਾਰਾ ਚੌਂਕ ਤੱਕ ਇਹ ਨੋ ਵਹੀਕਲ ਜ਼ੋਨ ਹੈ, ਇੱਥੇ ਕੋਈ ਗੱਡੀ ਜਾ ਨਹੀਂ ਸਕਦੀ। ਇੱਥੇ ਹੀ 8 ਦੁਕਾਨਾਂ ਜਿਹੜੀਆਂ ਨੇ ਉਹ ਤੰਬਾਕੂ ਦੀਆਂ, ਸਿਗਰਟ ਦੀਆਂ ਔਰ ਈਵਨ ਹੁੱਕਾ, ਬਾਹਰ ਉਹਨਾਂ ਨੇ ਕੋਲਡ ਡਰਿੰਕਸ ਔਰ ਦੂਜੇ ਦਾ ਲਾਇਆ ਔਰ ਵੱਡੇ ਪੈਮਾਨੇ ਤੇ ਉਹ ਵੇਚ ਰਹੇ ਨੇ। ਇੱਕ ਮੈਂ ਵੀਡੀਓ ਵੀ ਦੇਖੀ, ਇੱਕ ਜਿਹੜਾ ਹੈਂਡੀਕੈਪ ਬਜ਼ੁਰਗ ਹੈ ਉਹ ਕਹਿ ਰਿਹਾ ਜੀ ਮੈਂ 50 ਸਾਲ ਤੋਂ ਵੇਚ ਰਿਹਾ, ਮੇਰੇ ਤਾਂ ਹੈ ਰੋਟੀ ਦਾ ਸਵਾਲ ਹੈ। ਸੋ ਜੇ 8 ਦੁਕਾਨਾਂ ਵਿਦਿਨ ਉਹ ਜ਼ੋਨ, ਜਿਹੜਾ ਜਦੋਂ ਪੈਦਲ ਜ਼ੋਨ ਉਹ ਹੈ ਜਿੱਥੋਂ ਬਿਲਕੁਲ ਤੁਸੀਂ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਤੁਰ ਪੈਂਦੇ ਹੋ ਕਿ ਭਾਈ ਉਹ ਸਾਰੀ ਜ਼ੂ ਦਾ ਜ਼ਰਾ ਜਿੱਥੇ ਹਜ਼ਾਰਾਂ ਸਿੱਖਾਂ ਦਾ ਖੂਨ ਪਿਛਲੀਆਂ 4 ਸਦੀਆਂ 'ਚ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਚਾਹਨਾ ਦੇ ਲਈ ਜਿਹੜਾ ਉਹ ਡੁੱਲਿਆ ਹੋਇਆ, ਜੇ ਵਿਦਿਨ 8 ਦੁਕਾਨਾਂ ਨੇ ਤਾਂ ਤੁਸੀਂ ਓਵਰਆਲ ਵਰਲਡ ਸਿਟੀ ਦਾ ਅੰਦਾਜ਼ਾ ਲਾਓ ਕਿ ਬਈ ਇਹ ਕੀ ਹੋਏਗਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਈਵਨ ਇੱਕ ਸੱਜਣ ਜਲੰਧਰ, ਉਹਨਾਂ ਨਾਲ ਮੇਰੀ ਕੱਲ ਗੱਲ ਹੋ ਰਹੀ ਸੀ ਕਿ ਕਹਿਣ ਲੱਗੇ ਜੀ ਅਸੀਂ ਗਏ ਪੌਂਟਾ ਸਾਹਿਬ ਵੀ ਦਰਸ਼ਨਾਂ ਨੂੰ ਗਏ, ਦੂਸਰੇ ਵੀ ਗਏ, ਤੇ ਮੈਂ ਕਿਹਾ ਜੀ ਕੋਈ ਤੁਸੀਂ ਪਹਿਲਾਂ ਵੀ ਉਹ ਜਾਂਦੇ ਰਹਿੰਦੇ ਨੇ? ਕਹਿੰਦਾ ਜੀ ਹੁਣ ਅਸੀਂ ਯੂਪੀ 'ਚ ਵੀ ਦੇਹਰਾਦੂਨ ਜਾਂ ਕਿਤੇ ਹੋਰ ਥਾਂ ਗਏ, ਸ਼ਾਇਦ ਹੇਮਕੁੰਟ ਗਏ ਜੀ। ਉਹ ਕਹਿੰਦੇ ਜੀ ਅਸੀਂ ਹੁਣ ਇਹ ਦੇਖ ਰਹੇ ਹਾਂ ਵੀ ਜਿੱਥੇ ਜਿੱਥੇ ਵੱਡੇ ਗੁਰਦੁਆਰੇ ਨੇ ਉਹਦੇ ਨੇੜੇ ਤੇੜੇ ਮੰਦਿਰ ਬਣ ਗਏ। ਉਹਨਾਂ ਨੇ ਕਿਹਾ ਈਵਨ ਪੌਂਟਾ ਸਾਹਿਬ ਜਿੱਥੋਂ ਕਿ ਜਮਨਾ ਐਂਟਰ ਕਰਦੀ ਹੈ ਔਰ ਉਹਦੇ ਥੱਲੇ ਬਿਲਕੁਲ ਉਹਨਾਂ ਨੇ ਮੰਦਿਰ ਬਣਾ ਦਿੱਤਾ। ਹੁਣ ਹੇਮਕੁੰਟ ਬਾਰੇ ਆਮ ਹੀ ਹੈ ਕਿ ਵੀ ਹੁਣ ਇਹਦੀ ਹਾਲਾਂਕਿ ਹਮੇਸ਼ਾ ਡਿਬੇਟ ਹੁੰਦੀ ਹੈ ਉਹਦੀ ਹਿਸਟੋਰੀਸਿਟੀ ਤੇ, ਮੈਂ ਉਸ ਡਿਬੇਟ 'ਚ ਨਹੀਂ ਜਾਂਦਾ ਜੀ, ਪਰ ਤੁਸੀਂ ਦੇਖੋਗੇ ਕਿ ਜਿੱਥੇ ਗੁਰਦੁਆਰਾ ਇਤਿਹਾਸਕ ਵੀ ਸਥਾਪਿਤ ਹੁੰਦਾ ਉੱਥੇ ਕੋਈ ਨਾ, ਹੁਣ ਜੇ ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦੀ ਸਿਰਜਣਾ, 10ਵੇਂ ਪਾਤਸ਼ਾਹ ਦਾ ਸਮੁੱਚਾ ਜੀਵਨ 5 ਸਾਲ ਦੀ ਉਮਰ 'ਚ ਆਉਂਦੇ ਨੇ ਤੇ 2.5-3 ਸਾਲ ਪੌਂਟਾ ਸਾਹਿਬ ਦੇ ਨੂੰ ਛੱਡ ਕੇ ਤੇ ਅਖੀਰਲੇ 4 ਸਾਲ ਛੱਡ ਕੇ ਸਾਰਾ ਸਮਾਂ ਅਨੰਦਪੁਰ ਸਾਹਿਬ ਹੈ। ਹੁਣ ਅਨੰਦਪੁਰ ਸਾਹਿਬ ਦੇ ਪੈਰਲਲ ਕਿਵੇਂ ਨੈਣਾ ਦੇਵੀ ਨੂੰ ਐਸਟੈਬਲਿਸ਼ ਕੀਤਾ ਗਿਆ, ਕਿਵੇਂ ਰੋਪਵੇ ਡਿਵੈਲਪ ਕੀਤੀ ਗਈ ਕਿ ਭਾਈ ਜਿਹੜਾ ਅਨੰਦਪੁਰ ਦੇ ਦਰਸ਼ਨਾਂ ਨੂੰ ਜਾਏ ਨੈਣਾ ਦੇਵੀ ਨੂੰ ਜਾਏ, ਔਰ ਇਹ ਸਾਰਾ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜੋ ਅੱਜ ਇਹ ਪੈਟਰਨ ਚੱਲ ਰਿਹਾ, ਜਿਹੜੇ ਇਤਿਹਾਸ ਦੇ ਵਿਦਿਆਰਥੀ ਨੇ, ਜੇ ਉਹ ਤੁਹਾਨੂੰ ਜਿਹੜਾ ਇਹਨਾਂ ਦਾ ਮੁੱਖ ਇਤਿਹਾਸ ਹੈ ਜਾਂ ਸੋ ਕਾਲਡ ਮੇਨ, ਉਹਦੇ 'ਚ ਤੁਹਾਨੂੰ ਇਹ ਤੱਥ ਨਹੀਂ ਮਿਲਣਗੇ। ਜਦੋਂ ਤੁਸੀਂ ਇਹਨੂੰ ਇਨਵੈਸਟੀਗੇਟ ਕਰੋਗੇ, ਥੋੜਾ ਬਹੁਤ ਡਿਫਰੈਂਟ ਸੋਰਸਿਸ ਤੋਂ ਦੇਖੋਗੇ, ਫਿਰ ਤੁਹਾਨੂੰ ਇਹ ਗੱਲ ਸਮਝ ਆਏਗੀ ਕਿ ਬੁੱਧ ਧਰਮ, ਜਿਹੜਾ ਬੁੱਧ ਉਸ ਵੇਲੇ ਕਪਿਲਵਸਤੂ ਜਿਹੜਾ ਉਸ ਖੰਡ ਦਾ ਹਿੱਸਾ ਸੀ ਉਹਦੇ 'ਚ ਜੰਮਿਆ, ਇੱਕ ਸਟੇਜ ਦੇ ਉੱਤੇ ਲਗਭਗ 1000 ਸਾਲ ਦੇ ਕਰੀਬ ਜਿਹੜਾ ਬੁੱਧ ਦਾ ਇਨਫਲੂਐਂਸ ਰਿਹਾ ਬੁੱਧ ਧਰਮ ਦਾ। ਉਸ ਵੇਲੇ ਦੇ ਰਾਜੇ ਉਹ ਕਨਿਸ਼ਕਾ ਹੋਏ, ਅਸ਼ੋਕਾ ਹੋਏ, ਹਰਸ਼ਵਰਧਨਾ ਹੋਏ, ਔਰ ਪੰਜਾਬ ਦੇ ਵਿੱਚ ਤਕਸ਼ਿਲਾ ਬੜੀ ਵੱਡੀ ਬੁੱਧ ਧਰਮ ਦੀ ਯੂਨੀਵਰਸਿਟੀ, ਨਾਲੰਦਾ ਬਿਹਾਰ ਦੇ ਵਿੱਚ ਬਾਹਰੋਂ ਜਾਪਾਨ, ਚੀਨ, ਦੂਜਿਆਂ ਤੋਂ ਸਟੂਡੈਂਟ ਪੜ੍ਹਨ ਆਉਂਦੇ ਸੀ। ਸੋ ਸਾਰਾ ਭਾਰਤ ਜਿਹੜਾ ਆਲਮੋਸਟ ਬੁੱਧ ਧਰਮ ਦਾ, ਕਿਉਂਕਿ ਬੁੱਧ ਧਰਮ ਦੇ ਜਿਹੜੇ ਪ੍ਰਿੰਸੀਪਲ ਸੀ, ਕੰਪੈਸ਼ਨ ਸੀ, ਦਇਆ ਸੀ, ਨੌਨ ਵਾਇਲੈਂਸ ਸੀ, ਲਰਨਿੰਗ ਸੀ ਇੱਕ ਦੂਜੇ ਲਈ, ਈਵਨ ਐਨੀਮਲਸ ਦੇ ਲਈ ਵੀ ਜਿਹੜਾ ਕੰਪੈਸ਼ਨ ਦੀ, ਦਇਆ ਦੀ ਗੱਲ ਸੀ। ਫਿਰ ਤੁਸੀਂ ਦੇਖੋ ਵੀ ਬੁੱਧ ਧਰਮ ਐਲੀਮੀਨੇਟ ਕਿਵੇਂ ਹੋਇਆ, ਕਿਵੇਂ ਸ਼ਾਸਤਰ ਤੇ ਸ਼ਸਤਰ ਦੇ ਨਾਲ ਹੋਇਆ। ਔਰ ਅੱਜ ਵੀ ਜਦੋਂ ਜਿਹੜੇ ਲੋਕ ਇਸ ਬਿਲਡਿੰਗ ਕਲਾ ਦੇ ਮਾਹਿਰ ਨੇ ਜਾਂ ਜਿਹੜੇ ਪ੍ਰਾਚੀਨ ਮੋਨੂਮੈਂਟਸ ਨੂੰ ਦੇਖਦੇ ਨੇ, ਹੁਣ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਪ੍ਰਾਚੀਨ ਮੰਦਿਰ ਕਰਕੇ ਪ੍ਰਚਾਰਿਆ ਜਾਂਦਾ ਹੈ ਕਿ ਜੀ ਇਹ 2500 ਸਾਲ ਪੁਰਾਣਾ ਮੰਦਿਰ, ਇਹ 2000 ਸਾਲ ਪੁਰਾਣਾ ਮੰਦਿਰ, ਉਹ ਜਦੋਂ ਦੇਖਦੇ ਨੇ ਕਿ ਉਸ ਦਾ ਆਰਕੀਟੈਕਟ ਉਹੀ ਹੈ ਜਿਹੜਾ ਕਿ ਬੁੱਧ ਧਰਮ ਦੇ ਬੁੱਧਿਸਟ ਟੈਂਪਲਸ ਦਾ, ਉਹਨਾਂ ਦੇ ਕਈ ਥਾਂ ਦੇ ਉੱਤੇ ਉਹ ਪੂਰੀ ਬੁੱਧ ਕਲਾ ਹੀ ਜਿਹੜੀ ਹੈ, ਲੇਕਿਨ ਅੰਦਰ ਸ਼ਿਵਲਿੰਗ ਰੱਖੇ ਹੋਏ ਨੇ। ਸੋ ਇਹਨਾਂ ਨੇ ਜਦੋਂ ਬੁੱਧ ਧਰਮ ਦਾ ਸਫਾਇਆ ਕੀਤਾ ਤੇ ਉਹਨਾਂ ਨੇ ਜਿਹੜੇ ਉਹਨਾਂ ਦੇ ਜਿੱਥੇ ਬੁੱਧ ਦੀਆਂ ਮੂਰਤੀਆਂ ਸੀ, ਕਿ ਪਹਿਲਾਂ ਤਾਂ ਬੁੱਧ ਧਰਮ 'ਚ ਮੂਰਤੀ ਪੂਜਾ ਹੈ ਹੀ ਨਹੀਂ ਸੀ, ਇਹਨਾਂ ਨੇ ਹੌਲੀ ਹੌਲੀ ਬੁੱਧ ਨੂੰ ਵੀ ਭਗਵਾਨ ਬੁੱਧ ਬਣਾਇਆ, ਉਹਦੀਆਂ ਮੂਰਤੀਆਂ ਲਿਆ ਕੇ ਰੱਖਤੀਆਂ ਜੀ, ਔਰ ਕਿਵੇਂ ਕਰਪਟ ਕੀਤਾ ਉਹਨਾਂ ਦੀ ਕਲਰਜੀ ਨੂੰ। ਔਰ ਫਿਰ ਜਦੋਂ ਉਹਨਾਂ ਨੇ ਸ਼ਸਤਰ ਦੇ ਨਾਲ ਸ਼ੰਕਰਾਂ ਦੇ ਜ਼ਮਾਨੇ 'ਚ ਵਾਇਲੈਂਟਲੀ
ਲੱਖਾਂ ਬੁੱਧਿਸਟ ਜਿਹੜੇ ਨੇ ਉਹ ਮੌਤ ਦੇ ਘਾਟ ਉਤਾਰੇ, ਜਿਉਂਦੇ ਸਾੜੇ, ਸ਼ਿਵ ਸੈਨਾ ਬਣਾ ਕੇ ਉਸ ਸ਼ੰਕਰਾ ਦੇ ਜ਼ਮਾਨੇ 'ਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਤੇ ਉਹ ਮੂਰਤੀਆਂ ਤੇ ਸਭ ਕੁਝ ਚੁੱਕ ਕੇ ਬਾਹਰ ਮਾਰਿਆ, ਔਰ ਉੱਥੇ ਉਹਨਾਂ ਨੇ ਜਿਹੜਾ ਸ਼ਿਵਲਿੰਗ ਰੱਖ ਦਿੱਤੇ, ਕੋਈ ਹੋਰ ਦੇਵੀਆਂ ਰੱਖਤੀਆਂ, ਉਹਨਾਂ ਦੇ ਮੂਰਤੀਆਂ ਰੱਖ ਦਿੱਤੀਆਂ, ਔਰ ਇਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਆਪਣੇ ਮੰਦਰ ਬਣਾ ਲਏ। ਔਰ ਅੱਜ ਵੀ ਜਿਹੜੇ ਬਹੁਤ ਸਾਰੇ ਇਹਨਾਂ ਦੇ ਅਖੌਤੀ ਪ੍ਰਾਚੀਨ ਮੰਦਰ ਨੇ ਉਹ ਅਸਲ ਦੇ ਵਿੱਚ ਜਿਹੜਾ ਬੁੱਧ ਧਰਮ ਨਾਲ ਸੰਬੰਧਿਤ ਹੀ ਉਹਨਾਂ ਦੇ ਸਤੂਪੇ, ਉਹਨਾਂ ਦੇ ਮੱਠ ਜਿਹੜੇ ਨੇ ਕਨਵਰਟ ਕਰ ਦਿੱਤੇ ਗਏ ਜੀ। ਔਰ ਹੁਣ ਤੁਸੀਂ ਜੇ ਦੇਖੋ ਕਿ ਵੀ ਜਿਵੇਂ ਜਦੋਂ ਬਾਬਰੀ ਮਸਜਿਦ ਦੀ ਗੱਲ ਹੁੰਦੀ ਹੈ, ਇੱਕ ਯੂਪੀ ਦੇ ਮੁਸਲਿਮ ਲੀਡਰ ਨੇ ਬੜੀ ਸੋਹਣੀ ਗੱਲ ਕਹੀ, ਉਹਨੇ ਕਿਹਾ ਜੀ ਵੀ ਇਹ ਤਾਂ ਮੰਗ ਹੀ ਠੀਕ ਨਹੀਂ ਹੈ ਕਿ ਵੀ ਬਾਬਰੀ ਮਸਜਿਦ ਜਿੱਥੇ ਹੈ ਜੀ ਉੱਥੇ ਅਸੀਂ ਮੰਦਰ ਬਣਾਵਾਂਗੇ। ਮੰਦਰ ਤਾਂ ਬਣਾਇਆ ਹੋਇਆ ਜੀ, ਵੀ ਜਦੋਂ ਰਾਜੀਵ ਗਾਂਧੀ ਨੇ ਉਹਦੇ ਦਰਵਾਜ਼ੇ ਖੋਲੇ ਔਰ 92 ਦੇ ਵਿੱਚ 6 ਦਸੰਬਰ ਨੂੰ ਉਹਨਾਂ ਦੇ ਸਟਰਕਚਰ ਨੂੰ ਡਿਸਟਰੋਏ ਕਰ ਦਿੱਤਾ ਗਿਆ ਮੇਨ ਬਾਬਰੀ ਮਸਜਿਦ ਦੇ, ਔਰ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਪੰਡਤ ਬੈਠੇ, ਉੱਥੇ ਮੂਰਤੀਆਂ ਰੱਖੀਆਂ ਹੋਈਆਂ, ਉਹਨੇ ਕਿਹਾ ਜੀ ਸਿਰਫ ਇਹ ਕਹੋ ਜੀ ਅਸੀਂ ਵੱਡਾ ਮੰਦਰ ਬਣਾਉਣਾ ਹੈ। ਮੰਦਰ ਤਾਂ ਆਲਰੇਡੀ ਬਣਾ ਦਿੱਤਾ। ਹੁਣ ਜੇ ਕਲੇਮ ਇਹ ਹੈ, ਫਿਰ ਉਹਨਾਂ ਨੇ ਕਿਵੇਂ ਕਲੇਮ ਕੱਢਿਆ ਕਿ ਜੀ ਪ੍ਰਾਚੀਨ ਜਿਹੜਾ ਆਰਕੀਓਲੋਜਿਸਟ ਤੋਂ ਕੱਢੋ, ਇੱਥੋਂ ਮੂਰਤੀਆਂ ਨਿਕਲੀਆਂ, ਇਹ ਫਲਾਣਾ। ਕਈ ਥਾਂ ਤੇ ਇਵੇਂ ਹੋ ਰਿਹਾ ਜਿੱਥੇ ਜ਼ਮੀਨ ਤੇ ਕਬਜ਼ਾ ਕਰਨਾ, ਉੱਥੇ ਕਹਿਣਗੇ ਜੀ ਥੱਲੋਂ ਮੂਰਤੀਆਂ ਨਿਕਲ ਆਈਆਂ ਜੀ। ਹੁਣ ਇਹ ਜਿਹੜਾ ਇੱਕ ਪੈਟਰਨ ਹੈ ਜਿੱਥੇ ਇਹ ਕਲੇਮ ਕਰ ਦੇਣਾ ਕਿ ਜੀ ਇੱਥੇ ਮੰਦਰ ਸੀ। ਹੁਣ ਬਾਬਰ ਜਿਹੜਾ ਨਾ ਉਹ ਅਯੁੱਧਿਆ ਗਿਆ ਨਾ ਉਸ ਜ਼ਮਾਨੇ 'ਚ, ਔਰ ਇਹ ਗੱਲ ਬਿਲਕੁਲ ਫੈਕਟ ਹੈ ਕਿ ਅਯੁੱਧਿਆ ਦੇ ਵਿੱਚ ਹੀ ਘੱਟੋ ਘੱਟ 40 ਜਾਂ 50 ਐਸੀਆਂ ਥਾਵਾਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਪੁੱਛੋ ਕਹਿਣ ਜੀ ਰਾਮ ਜੀ ਇੱਥੇ ਪੈਦਾ ਹੋਏ ਸੀ, ਰਾਮ ਜੀ ਇੱਥੇ ਜੰਮੇ ਸੀ, ਥਾਈਲੈਂਡ ਦੇ ਵਿੱਚ ਹੈ, ਦੂਸਰੇ 'ਚ ਹੈ। ਸੋ ਕੋਈ ਹਿਸਟਰੀ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਉਸ ਨੂੰ ਐਗਜ਼ਿਸਟ ਕਰਵਾਇਆ, ਔਰ ਹੌਲੀ 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 ਉਸ ਕਿਸਮ ਦੇ ਸਪੌਟ ਜਿਹੜੇ ਨੇ ਬਣਾ ਕੇ ਕ੍ਰੀਏਟ ਕਰਕੇ, ਔਰ ਇਸੇ ਤਰ੍ਹਾਂ ਇਹੀ ਹਾਲ ਰਾਮ ਸੇਤੂ ਜਿਹਦਾ ਨਾਂ ਰੱਖਿਆ ਪੁੱਲ ਦਾ, ਹਾਲਾਂ ਉਹ ਨੈਚੁਰਲ ਇੱਕ ਬ੍ਰਿਜ ਹੈ, ਸਟੋਨ ਹੈ, ਲੇਕਿਨ ਇਹਨਾਂ ਨੇ ਉਹ ਸਾਰਾ ਪ੍ਰੋਜੈਕਟ ਜਿਹੜਾ ਮਿਲੀਅਨਸ ਆਫ ਡਾਲਰਸ ਦੇ ਨਾਲ ਸੀ, ਕੋਰਟ ਦੇ ਵਿੱਚ ਕੇਸ ਹੈ ਕਿ ਜੀ ਇਹ ਉਹ ਰਾਮ ਸੇਤੂ ਉਹ ਜਿਹੜਾ ਪੁੱਲ ਹੈ ਜਿਹੜਾ ਕਿ ਹਨੂਮਾਨ ਜੀ ਨੇ ਬਣਾਇਆ ਸੀ। ਸੋ ਆਰਟੀਫਿਸ਼ੀਅਲ ਹਿਸਟਰੀ ਅੱਜ ਬੜੇ ਵੱਡੇ ਪੈਮਾਨੇ ਤੇ ਕ੍ਰੀਏਟ ਹੋ ਰਹੀ ਹੈ, ਔਰ ਹੁਣ ਅਸੀਂ ਅੰਦਾਜ਼ਾ ਲਾਈਏ, ਸਾਡੇ ਬਹੁਤ ਵਾਰੀ ਅਸੀਂ ਇਸ ਗੱਲ ਨੂੰ ਸਮਝਣ ਤੋਂ ਇਨਕਾਰੀ ਹੈ। ਸਾਡਾ ਸਾਰਾ ਜ਼ੋਰ ਅਸੀਂ ਇੱਥੋਂ ਵੀ ਜਿਹੜੇ ਸਾਡੇ ਰਿਸੋਰਸਿਸ ਨੇ ਉੱਥੇ ਅਸੀਂ ਲਾ ਰਹੇ ਹਾਂ, ਵੱਡੀਆਂ ਵੱਡੀਆਂ ਇਮਾਰਤਾਂ, ਸੰਗਮਰਮਰ, ਸੋਨੇ ਦੇ ਕਲਸ਼, ਕਿ ਨਵੰਬਰ 84 'ਚ ਜੋ ਹੋਇਆ, ਹੁਣ ਜੋ ਅੱਜ ਜੇ ਇੰਦੌਰ ਦੀ ਇਹ ਘਟਨਾ ਔਰ ਜੋ ਗਿਆਨ ਗੋਦੜੀ 'ਚ ਹੋਇਆ, ਕਿੰਨਾ ਕੁ ਵਕਤ ਲੱਗੇਗਾ ਮੌਬਸ ਨੂੰ। ਅੱਜ ਜੋ ਗਊ ਰਕਸ਼ਾ ਦੇ ਨਾਂ ਥੱਲੇ ਜਿਸ ਕਿਸਮ ਦੇ ਇਹਨਾਂ ਦੇ ਵਿਜੀਲਾਂਟੇ ਗਰੁੱਪ ਇਹਨਾਂ ਨੇ ਖੜੇ ਕਰਕੇ ਉਹਨਾਂ ਦਾ ਕਾਰੋਬਾਰ ਬੰਦ ਕਰ ਦਿੱਤਾ ਹੈ। ਜਿਹੜੇ ਲੋਕ, ਲੱਖਾਂ ਲੋਕ ਜਿਹੜੇ ਇਸ ਵਿਚਾਰੇ ਗਰੀਬ ਮੁਸਲਮਾਨ, ਉਹਨਾਂ ਕੋਲ ਹੋਰ ਕੋਈ ਕੰਮ ਨਹੀਂ, ਇਹਦੇ 'ਚ ਉਹ ਇੰਪਲੋਇਡ ਸੀ। ਗਾਂ ਤੱਕ ਹੀ ਗੱਲ ਮਹਿਦੂਦ ਨਹੀਂ ਰਹੀ, ਫਿਰ ਕਾਊ ਫੈਮਿਲੀ ਬਣਾ ਦਿੱਤੀ, ਫਿਰ ਮੱਝਾਂ, ਬਫਲੋਜ਼। ਆਪ ਹਰਿਆਣੇ ਦੇ ਵਿੱਚ ਫਿਰ ਜਿਹੜੇ ਨੇ ਵਿਚਾਰੇ ਜਿਹੜੇ ਮੱਝਾਂ ਖਰੀਦ ਕੇ ਲਿਜਾ ਰਹੇ ਸੀ, ਉਹਨਾਂ ਦਾ ਟਰੱਕ ਰੋਕ ਕੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਕਿਹਾ ਜੀ ਹੁਣ ਜੇ ਉਹਨਾਂ ਨੂੰ ਇਹ ਹੋਇਆ ਵੀ ਗਾਵਾਂ ਨਹੀਂ ਨੇ, ਤੇ ਉਹ ਨਾਲ ਇੱਕ ਗਰੁੱਪ ਬਣਾ ਲਿਆ ਜੀ ਕਰੂਐਲਿਟੀ ਅਗੇਂਸਟ ਐਨੀਮਲਸ। ਇਹ ਜਾਨਵਰਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਠੀਕ ਨਹੀਂ ਸੀ ਰੱਖਿਆ ਹੋਇਆ, ਉਸ ਟੈਂਪੋ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਉਹ ਜ਼ਾਲਮਾਨਾ ਸਲੂਕ ਹੋ ਰਿਹਾ ਸੀ। ਸੋ ਜਦੋਂ ਕਾਨੂੰਨ ਦਾ ਨੂੰ ਤੁਸੀਂ ਬੁਲਾਣਾ, ਕਾਨੂੰਨ ਤਾਂ ਆਪ ਬੋਲਦਾ ਨਹੀਂ ਹੈ, ਗੱਲ ਤਾਂ ਇਹ ਹੈ ਵੀ ਕੌਣ ਇੰਪਲੀਮੈਂਟ ਕਰ ਰਿਹਾ ਜੀ। ਪਾਵਰ ਤੁਹਾਡੇ ਕੋਲ ਹੈ। ਔਰ ਬੇਅਦਬੀ ਦੀਆਂ ਘਟਨਾਵਾਂ, ਜੇ ਅਸੀਂ ਇਸ ਸਾਰੇ ਪੈਟਰਨ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸੈਂਕੜਿਆਂ ਦੀ ਗਿਣਤੀ, ਆ ਪਰਸੋਂ ਬਿਧੀਪੁਰ ਜਦੋਂ ਤੁਸੀਂ ਅੰਮ੍ਰਿਤਸਰੋਂ ਜਲੰਧਰ ਨੂੰ ਆਉਂਦੇ ਹੋ ਤੇ ਕਰਤਾਰਪੁਰ ਲੰਘਦੇ ਆ, ਇੱਕ ਬੜਾ ਇੰਪੋਰਟੈਂਟ ਟਾਊਨ ਹੈ, ਬਿਧੀਪੁਰ ਦੇ ਵਿੱਚ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਅਗਨਪੇਟ ਹੋਏ, ਉਹ ਜੀ ਸ਼ਾਰਟ ਸਰਕਟ ਹੋ ਗਿਆ ਜੀ। ਔਰ ਉਹਨਾਂ ਨੇ ਬਡੂੰਗਰ ਨੇ ਕਿਹਾ ਜੀ ਮੇਕ ਸ਼ੋਰ ਕਰੋ ਸ਼ਾਰਟ ਸਰਕਟ ਨਾ ਹੋਏ। ਹੁਣ ਗੱਲ ਸਿਰਫ ਮਾਲਵੇ ਚੋਂ ਸ਼ੁਰੂ ਹੋ ਕੇ ਦੁਆਬੇ ਜਾਂ ਇਧਰ ਨੂੰ ਹੀ ਨਹੀਂ, ਔਰ ਅੱਜ ਦੀ ਜਿਹੜੀ ਘਟਨਾ ਇੱਕ ਮੇਜਰ ਜਿਹੜਾ ਅਖਬਾਰ ਨੂੰ ਛੱਡ ਕੇ ਇੰਟਰਨੈਟ ਤੇ ਹੋਰ ਕਿਸੇ ਨੇ ਨਹੀਂ ਦਿੱਤੀ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਗੁਰਬਾਣੀ ਦੀ ਪੋਥੀ ਦੀ ਬੇਅਦਬੀ ਹੋਈ। ਕੋਈ ਰਾਜਸਥਾਨੀ ਔਰਤ ਬੰਨੋ ਜਿਹਦੀ ਵਾਈਫ ਆਫ ਮੰਗੂ, ਉਹ ਜਿਹੜੀ ਹੈ ਉਹਨੇ ਆਪਣੀ ਜਿਹੜੀ ਉੱਥੋਂ ਕੋਈ ਪੋਥੀ ਚੁੱਕੀ ਅਕਾਲ ਤਖਤ ਸਾਹਿਬ ਤੋਂ, ਆਪਣੇ ਡਰੈਸ ਦੇ ਵਿੱਚ ਲੁਕਾਈ ਹੋਈ ਸੀ, ਕਿਸੇ ਨੇ ਦੇਖਿਆ, ਬਾਅਦ 'ਚ ਫੜ ਕੇ ਉਹਨੂੰ ਪੁਲਿਸ ਦੇ ਹਵਾਲੇ ਕੀਤਾ। ਤੇ ਪੁਲਿਸ ਨੇ ਪਹਿਲਾਂ ਤਾਂ ਜਦੋਂ ਮੀਡੀਆ ਨੇ ਉਹਨਾਂ ਤੱਕ ਪਹੁੰਚ ਕੀਤੀ ਤਾਂ ਉਹਨਾਂ ਨੇ ਆਨਾਕਾਨੀ ਕੀਤੀ, ਮੁੜ ਕੇ ਲੋਕਲ ਸਿੰਘ ਪਹੁੰਚੇ ਔਰ ਮੀਡੀਆ ਨੇ ਕੀਤਾ, ਹੁਣ ਕੇਸ ਰਜਿਸਟਰ ਹੋਇਆ। ਜੇ ਅੱਜ
ਈਵਨ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਵਿੱਚ 2 ਘਟਨਾਵਾਂ ਪਿਛਲੇ ਸਾਲਾਂ 'ਚ ਐਸੀਆਂ ਹੋ ਚੁੱਕੀਆਂ ਨੇ ਜਿੱਥੇ ਸਵੇਰੇ ਪ੍ਰਕਾਸ਼ ਦੇ ਵੇਲੇ ਇੱਕ ਅੱਧਾ ਆ ਕੇ ਪੀੜੇ ਦੇ ਉੱਤੇ ਬੈਠ ਗਿਆ ਸੀ ਔਰ ਫਿਰ ਕਿਹਾ ਜੀ ਇਹ ਮੈਂਟਲੀ ਸਿੱਕ ਹੈ। ਇੱਕ ਅੱਧੀ ਘਟਨਾ ਇਵੇਂ ਦੀ ਹੋਰ ਹੋਈ। ਹੁਣ ਜਦੋਂ ਤੁਸੀਂ ਇਸ ਸਾਰੇ ਪੈਟਰਨ ਨੂੰ ਦੇਖਦੇ ਹੋ ਤੇ ਜਿਨ੍ਹਾਂ ਨੇ ਇਤਿਹਾਸ ਰਾਹੀਂ ਬੁੱਧ ਧਰਮ ਦਾ ਕਿਵੇਂ ਸਫਾਇਆ ਕੀਤਾ, ਕਿਵੇਂ, ਔਰ ਤੁਸੀਂ ਦੇਖੋਗੇ ਕਿ ਇਹ ਅਟੈਕ ਇੱਕ ਲੈਵਲ ਤੇ ਨਹੀਂ ਨੇ, ਕਿਵੇਂ ਥਾਂ ਥਾਂ ਤੇ ਸਿੱਖਾਂ ਦੀ ਮਾਰ ਕੁਟਾਈ, ਕੇਸਾਂ ਦੀ ਬੇਅਦਬੀ। ਜੇ ਵਿਦਿਆਰਥੀ ਜਾਂਦੇ ਨੇ ਕੋਈ ਜਿਹੜਾ ਕੰਪੀਟੀਟਿਵ ਐਗਜ਼ਾਮ ਹੈ ਸਟੇਟਾਂ ਦੇ, ਉਹ ਕਹਿਣਗੇ ਜੀ ਕਕਾਰ ਲਾਓ, ਕਿਰਪਾਨ ਤਾਂ ਦੋ ਕੜੇ ਲਵਾਉਣ ਲੱਗ ਗਏ, ਕਈ ਥਾਂ ਤੇ ਪੱਗਾਂ ਲਵਾਉਣ ਲੱਗ ਗਏ। ਹੁਣ ਇਹ ਜਿਹੜਾ ਸਾਰਾ ਪੈਟਰਨ ਹੈ ਉਹਦੇ ਥੱਲੇ ਇੱਕ ਤਾਂ ਤੁਹਾਡਾ ਸੈਲਫ ਰਿਸਪੈਕਟ ਖਤਮ ਹੋ ਜਾਂਦਾ ਹੈ, ਔਰ ਜਦੋਂ ਬਾਰ-ਬਾਰ ਕੋਈ ਰੁਕਾਵਟਾਂ ਹੁੰਦੀਆਂ ਨੇ, ਜਿਵੇਂ ਹੇਟ ਕ੍ਰਾਈਮ ਇੱਥੇ ਹੁੰਦੇ ਨੇ, ਫਿਰ ਇੱਕ ਸਟੇਜ ਆ ਜਾਂਦੀ ਹੈ ਕਿ ਬੰਦੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ। ਕਿੰਨੇ ਜਿਹੜੇ ਫੇਥ ਨਾਲ ਖਲੋਣਗੇ। ਤੇ ਤੁਹਾਡਾ ਜਿਹੜਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਤੋਂ ਤੁਸੀਂ ਮੰਗਦੇ ਹੋ ਸਭ ਕੁਝ, ਜਿਸ ਦੇ ਉੱਤੇ ਤੁਹਾਡਾ ਸਦਕ ਹੈ, ਜੇ ਉਹ ਬਾਰ-ਬਾਰ ਬੇਅਦਬ ਹੋ ਰਿਹਾ ਹੈ, ਬਾਰ-ਬਾਰ ਇੱਕ ਸਟੇਜ ਆਏਗੀ ਤੁਹਾਡਾ ਫੇਥ ਸ਼ੇਕ ਹੋਣਾ ਸ਼ੁਰੂ ਹੋਏਗਾ। ਔਰ ਥਰਡਲੀ ਜਦੋਂ ਤੁਹਾਡੇ ਗੁਰਦੁਆਰੇ ਤੁਸੀਂ ਜਿੰਨੇ ਮਰਜ਼ੀ ਬਣਾ ਲਓ, ਉੱਥੇ ਆ ਕੇ ਕੋਈ ਬਹਾਨਾ ਕਰ ਲੈਣਗੇ ਕਿ ਜੀ ਇਹ ਜ਼ਮੀਨ ਜਿਹੜੀ ਹੈ ਇਹ ਤੁਹਾਡੇ ਨਹੀਂ ਹੈ, ਇਹ ਫਲਾਣੀ ਨਿਕਲ ਆਈ ਤੇ ਟਿਮਕੀ ਨਿਕਲ ਆਈ, ਜਾਂ ਕੋਈ ਵੀ ਬਹਾਨੇ ਦੇ ਨਾਲ, ਜਾਂ ਮੰਦਰ ਜੇ ਨੇੜੇ ਬਣਾਇਆ ਤੇ ਫਿਰ ਇਹ ਹੈ ਕਿ ਜੀ ਮੰਦਰ ਦੀ ਐਨਕਰੋਚਮੈਂਟ ਹੁੰਦੀ ਚਲੀ ਜਾਏਗੀ। ਨਹੀਂ, ਕੱਲ ਨੂੰ ਉਹ ਇਕੱਠੇ ਹੋ ਕੇ ਆਣਗੇ ਜੀ ਸਾਡੇ ਜਦੋਂ ਪੂਜਾ ਦਾ ਟਾਈਮ ਹੁੰਦਾ ਤੁਸੀਂ ਜਕਾਰੇ ਲਾਉਂਦੇ ਹੋ, ਝਗੜਾ ਹੀ ਕਰਵਾਉਣਾ। ਜਦੋਂ ਫਿਰਕੂ ਫਸਾਦ ਦੂਜਾ ਹੋਇਆ, ਤੁਸੀਂ ਮਾਈਨੋਰਿਟੀ ਹੋ, ਜਦੋਂ ਇੱਕ ਇੱਜੜ ਬਣ ਕੇ ਆ ਜਾਂਦੇ ਨੇ। ਔਰ ਇਹ 70s ਦੇ ਵਿੱਚ ਵੀ ਇਹ ਗੱਲ ਕਲਕੱਤੇ ਦੇ ਵਿੱਚ ਹਿਸਟੋਰੀਕਲ ਗੁਰਦੁਆਰੇ ਨੇ 3-4, ਮੈਨੂੰ ਇੱਕ ਗੁਰਦੁਆਰਾ ਬਾਗ ਮਾੜੀ ਹੈ, ਇੱਕ ਗੁਰਦੁਆਰਾ ਬੜੀ ਸੰਗਤ ਹੈ, ਔਰ ਹਾਲਾਂ ਬੰਗਾਲੀ ਬਾਰੇ ਕਿਹਾ ਜਾਂਦਾ ਹੈ ਸਿੱਖਾਂ ਪ੍ਰਤੀ ਉਹਨਾਂ ਦਾ ਦੋਸਤਾਨਾ ਵੀ, ਪਰ ਜਦੋਂ ਮੌਬ ਚਾਹੁੰਦੇ ਨੇ ਉੱਥੇ ਕਿਸੇ ਇਸ਼ੂ ਤੇ ਝਗੜਾ ਹੋਇਆ ਔਰ ਉਹਨਾਂ ਨੇ ਆ ਕੇ ਗੁਰਦੁਆਰਾ ਬਾਗ ਮਾੜੀ ਔਰ ਬੜੀ ਸੰਗਤ ਸਾੜ ਦਿੱਤੇ ਸੀ ਔਰ ਬਹੁਤ ਨੁਕਸਾਨ ਕੀਤਾ ਸੀ ਸਿੱਖਾਂ ਦਾ। ਇਹ ਸ਼ਾਇਦ 70s ਦੀ ਗੱਲ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇੱਕ ਘੱਟ ਗਿਣਤੀ ਚੋਂ ਔਰ ਤੁਸੀਂ ਦੂਰ ਦਰਾਡੇ ਖਿਲਰੇ ਹੋਏ ਹੋ, ਪੰਜਾਬ 'ਚ ਅਸੀਂ ਡਿਫੈਂਡ ਨਹੀਂ ਕਰ ਸਕੇ ਆਪਣੇ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪ ਸਾਡੇ ਉਹਨਾਂ ਨੇ ਆ ਕੇ ਚੜਾ ਦਿੱਤੇ, ਲੜੇ, ਪਰ ਅਲਟੀਮੇਟਲੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 10 ਸਾਲ ਅਖੌਤੀ ਪੰਥਕ ਸਰਕਾਰ ਰਹੀ ਹੈ। ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆਈ ਇਸ ਇਕਰਾਰ ਨਾਲ ਸੀ ਕਿ ਜੇ ਅਸੀਂ ਇਨਵੈਸਟੀਗੇਟ ਕਰਾਂਗੇ, ਦੁਬਾਰਾ ਨਹੀਂ ਹੋਣ ਦੇਵਾਂਗੇ। ਘਟਨਾਵਾਂ ਲਗਾਤਾਰਤਾ ਨਾਲ ਹੋ ਰਹੀਆਂ, ਹੁਣ ਅਕਾਲ ਤਖਤ ਤੱਕ ਪਹੁੰਚ ਗਈ ਗੱਲ, ਦਰਬਾਰ ਸਾਹਿਬ ਪਹਿਲਾਂ ਪਹੁੰਚੀ ਹੈ। ਤੇ ਫਿਰ ਇਸ 'ਚ ਕੋਈ ਜਿਹੜਾ ਵੀ ਥੋੜੀ ਬਹੁਤ ਕਾਮਨ ਸੈਂਸ ਰੱਖਦਾ ਹੈ ਉਹਨੂੰ ਇਹ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਇੱਕ ਪੈਟਰਨ ਹੈ ਔਰ ਉਸ ਪੈਟਰਨ ਦੇ ਉੱਤੇ ਇਹ ਸਾਰਾ ਪਾਰਟ ਚੱਲ ਰਿਹਾ ਹੈ। ਇਸ ਚੈਲੰਜ ਨੂੰ ਸਮਝੀਏ ਔਰ ਇਹ ਗੱਲ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਬਸ ਅਸੀਂ ਉੱਥੇ ਆਪਣਾ ਇੱਕ ਗੁੱਡ ਮਾਈਨੋਰਿਟੀ ਬਣ ਕੇ ਰਹੀਏ, ਤੁਹਾਨੂੰ ਕਿਸੇ ਨੇ ਮਾਈਨੋਰਿਟੀ ਉੱਥੇ ਨਹੀਂ ਰਹਿਣ ਦੇਣਾ ਹੈ। ਉੱਥੇ ਇੱਕੋ ਹੀ, ਜੇ ਮੋਹਨ ਭਾਗਵਤ ਨੇ ਐਲਾਨਿਆ ਹੋਇਆ ਕਿ 2020 ਤੱਕ ਹਰ ਇੱਕ ਨੂੰ ਹਿੰਦੂ ਬਣਾਉਣਾ, ਤੇ ਤੁਸੀਂ 2017 ਤੱਕ ਦੇਖ ਲਓ ਕਿ ਕੀ ਪੈਟਰਨ ਫੋਲੋ ਹੋ ਰਿਹਾ ਔਰ ਅਲਟੀਮੇਟਲੀ ਇਹ ਸਾਡਾ ਹਸ਼ਰ ਉਹੀ ਹੋਣ ਜਾ ਰਿਹਾ ਹੈ ਜੋ ਬੁੱਧ ਧਰਮ ਦਾ ਹੋਇਆ ਸੀ ਕਿ ਸ਼ਾਸਤਰ ਔਰ ਸ਼ਸਤਰ ਦੋਨਾਂ ਦਾ ਸਹਾਰਾ ਲੈ ਕੇ ਅਲਟੀਮੇਟਲੀ ਉਹਨਾਂ ਨੇ ਬੁੱਧ ਧਰਮ ਨੇਸਤੋ ਨਾਬੂਦ ਕਰ ਦਿੱਤਾ। ਤੇ ਫਿਰ ਜਿਹੜਾ ਬੁੱਧ ਦੇ ਸਲੋਗਨ ਸੀ ਸਤਿਅਮੇਵ ਜਯਤੇ ਤੇ ਅਹਿੰਸਾ ਪਰਮੋ ਧਰਮ, ਇਹ ਉਹਨਾਂ ਨੇ ਆਪਣੇ ਇਨਸਿਗਨੀਏ ਬਣਾ ਲਏ। ਕੱਲ ਨੂੰ ਉਹ ਮੰਦਰਾਂ 'ਚ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਕਹਿਣਗੇ, ਅਸੀਂ ਕਹਾਂਗੇ ਦੇਖੋ ਜੀ ਸਾਡਾ ਨਾਰਾ ਜਿਹੜਾ ਹੁਣ ਉਹ ਬੁਲਾ ਰਹੇ ਨੇ, ਪਰ ਉੱਥੇ ਜਿਹੜੀ ਸਾਡੀ ਹੋਂਦ ਹੈ, ਆਡਰੀ ਹਸਤੀ ਹੈ, ਸਾਡੇ ਗੁਰੂ ਗ੍ਰੰਥ ਗੁਰੂ ਪੰਥ ਦੀ, ਔਰ ਸਾਡੇ ਜਿਹੜੇ ਅੱਜ ਅਸੀਂ ਜਿਹੜੇ ਬੇਮਿਸਾਲ ਗੁਰਦੁਆਰੇ ਜਿਹੜੇ ਕਿ ਬਹੁਤ ਸੁੰਦਰ ਅਸੀਂ ਬਣਾ ਰਹੇ, ਪਰ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜਦੋਂ ਤੱਕ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਤੁਹਾਡੇ ਕੋਲ ਸਟੇਟ ਨਹੀਂ ਹੈ, ਤੁਹਾਡੇ ਕੋਲ ਕੋਈ ਜਿਹੜਾ ਉਹ ਸੇਫਗਾਰਡ ਨਹੀਂ ਹੈ, ਉਹ ਤਾਂ ਵਲਨਰੇਬਲ ਨੇ। ਜਦੋਂ ਮਰਜ਼ੀ ਉਹਨਾਂ ਦੀਆਂ ਭੀੜਾਂ, ਉਹਨਾਂ ਦੇ ਜਿਹੜੇ ਲੋਕ ਨੇ ਉਹ ਜਿਵੇਂ ਮਰਜ਼ੀ ਉਹ ਸਾਰੇ ਨੂੰ ਜਦੋਂ ਮਰਜ਼ੀ ਕਾਬੂ ਕਰ ਲੈਣਗੇ। ਸੋ ਇਹ ਹਕੀਕਤ ਹੈ ਔਰ ਮੈਂ ਸਮਝਦਾ ਵੀ ਜੇ ਜਿੰਨੀ ਜਲਦੀ ਇਹ ਗੱਲ ਸਾਡੇ ਵੱਡੇ ਹਿੱਸੇ ਨੂੰ ਸਮਝ ਆ ਜਾਏਗੀ, ਅਸੀਂ ਅਲਟੀਮੇਟਲੀ ਆਪਣੀ ਡੈਸਟਨੀ ਖਾਲਿਸਤਾਨ ਦੀ ਕਾਇਮੀ ਦੇ ਲਈ ਜਿਹੜਾ ਫਿਰ ਸਿਰ ਜੋੜ ਕੇ ਉਪਰਾਲੇ ਕਰਾਂਗੇ। ਅਦਰਵਾਈਜ਼ ਇਵੇਂ ਹੀ ਅਸੀਂ ਜਿਹੜਾ ਉਹ ਡਿਸਆਨਰ ਵੀ ਹੋਵਾਂਗੇ ਆਪਣੇ ਗੁਰੂ ਪ੍ਰਤੀ ਵੀ। ਸਾਡਾ ਜਿਹੜਾ ਇਵੇਂ ਹੀ ਖਬਰਾਂ ਸਾਡੇ ਦੇ ਹਿਰਦਿਆਂ ਨੂੰ ਵਲੂੰਦਰਦੀਆਂ ਰਹਿਣਗੀਆਂ ਔਰ ਸਾਡੇ ਭਰਾ ਕਿਵੇਂ ਸਫ਼ਰ ਕਰ ਰਹੇ ਨੇ, ਕਿਵੇਂ ਸਾਡੀਆਂ ਭੈਣਾਂ ਮਾਤਾਵਾਂ ਨੇ ਸਫ਼ਰ ਕੀਤਾ ਹੈ ਔਰ ਲਗਾਤਾਰਤਾ ਨਾਲ ਉਹੀ ਹਾਲ ਇਕਨੋਮਿਕਲੀ ਰਾਜਸਥਾਨ ਦੇ ਉਸ ਏਰੀਏ 'ਚ ਹੋਏ,
यूपी ਦੇ ਵਿੱਚ ਹੋਏ, ਉੱਤਰਾਖੰਡ ਦੇ ਵਿੱਚ ਹੋਏ, ਊਧਮ ਸਿੰਘ ਨਗਰ ਦੇ ਵਿੱਚ ਹੋਏ ਔਰ ਰਾਜਸਥਾਨ ਗੁਜਰਾਤ ਦੇ ਉਸ ਏਰੀਏ ਜਿੱਥੇ ਕਿ ਡੈਜ਼ਰਟਸ ਨੂੰ ਸਿੱਖਾਂ ਨੇ ਆਬਾਦ ਕੀਤਾ ਹੈ, ਕਿਵੇਂ ਗੁੰਡੇ ਆ ਕੇ ਅੱਜ ਤੁਹਾਡੀਆਂ ਫਰਟਿਲ ਜ਼ਮੀਨਾਂ ਦੇ ਉੱਤੇ ਕਾਬਜ਼ ਹੋ ਰਹੇ ਨੇ ਔਰ ਕਹਿ ਰਹੇ ਨੇ ਕਿ ਭਾਈ ਆਪਣੇ ਘਰਾਂ ਨੂੰ ਜਾਓ ਇੱਥੋਂ ਛੱਡ ਕੇ। ਸੋ ਇਹ ਗੁਲਾਮਾਂ ਦਾ ਇਹੀ ਹਾਲ ਹੁੰਦਾ ਹੈ। ਔਰ ਬਾਬਾ ਫਰੀਦ ਯਾਦ ਕਰਵਾਉਂਦੇ ਨੇ, ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵੈ ਰਖਸੀ ਜਿਉ ਸਰੀਰੋਂ ਦੇ। ਜੀ ਡਾਕਟਰ ਸਾਹਿਬ, ਬਿਲਕੁਲ। ਅੱਛਾ ਲੈਣੇ ਬ੍ਰੇਕ। ਵਿਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।